ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਨਾਲ ਸਿੱਖ ਕੌਮ ਦਾ ਇਤਿਹਾਸ ਸ਼ੁਰੂ ਹੁੰਦਾ ਹੈ। ਗੁਰੂ ਸਾਹਿਬ ਜੀ ਤੇ ਉਹਨਾਂ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਸਾਰੇ ਭਾਰਤ ਦੇ ਹਰ ਕੋਨੇ ਵਿੱਚ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ। ਇਸ ਪ੍ਰਚਾਰ ਦੇ ਦੌਰਾਨ ਜਿੱਥੇ ਵੀ ਗੁਰੂ ਸਾਹਿਬਾਨ ਜਾਂ ਗੁਰੂ ਘਰ ਦੇ ਨਿਕਟਵਰਤੀਆਂ ਦਾ ਆਰਤ ਸਥਾਨ ਰਿਹਾ, ਉੱਥੇ ਸਿੱਖ ਸੰਗਤਾਂ ਨੇ ਧਰਮਸਾਲ ਕਾਇਮ ਕੀਤੇ। ਉਪਰੰਤ ਧਰਮਸ਼ਾਲਾਵਾਂ ਨੂੰ ਗੁਰਦੁਆਰਿਆਂ ਦੇ ਨਾਲ ਸੰਬੋਧਿਤ ਕੀਤਾ ਗਿਆ। ਦਿੱਲੀ ਵਿੱਚ ਇਹੋ ਜਿਹੇ 10 ਇਤਿਹਾਸਿਕ ਮਹਾਨ ਸਥਾਨ ਹਨ। ਦਿੱਲੀ ਦੇ ਸਾਰੇ ਗੁਰਦੁਆਰਿਆਂ ਦੇ ਇਤਿਹਾਸ ਵਿੱਚ ਸਾਰੇ ਇਤਿਹਾਸਿਕ ਸਥਾਨਾਂ ਨਾਲੋਂ ਮਹਾਨਤਾ ਰੱਖਦਾ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸ਼ਹੀਦੀ ਅਸਥਾਨ ਹੈ। ਇਹ ਗੁਰਦੁਆਰਾ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਚਾਂਦਨੀ ਚੌਕ ਵਿੱਚ ਇਤਿਹਾਸਿਕ ਲਾਲ ਕਿਲੇ ਦੇ ਸਾਹਮਣੇ ਸਥਿਤ ਹੈ। ਅੱਜ ਤੋਂ ਕੋਈ 350 ਸਾਲ ਪਹਿਲਾਂ ਸਮੇਂ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਮਜ਼ਹਬੀ ਜਨੂਨ ਨੇ ਭਾਰਤ ਵਰਸ਼ ਰਿਸ਼ੀ ਮੁਨੀਆਂ ਦੀ ਪਾਵਨ ਧਰਤੀ ਨੂੰ ਦਾਰਉਲ ਹਰਬ ਕਾਫਿਰਾਂ ਦੇ ਦੇਸ਼ ਨੂੰ ਦਾਰਉਲ ਇਸਲਾਮ ਦਾ ਦੇਸ਼ ਬਣਾਉਣ ਦੀ ਕੋਸ਼ਿਸ਼ ਵਿੱਚ ਭਾਰਤ ਦੀ ਬਹੁਗਿਣਤੀ ਹਿੰਦੂ ਧਰਮ ਦੇ ਲੋਕਾਂ ਨੂੰ ਇਸਲਾਮ ਧਰਮ ਅਪਣਾਉਣ ਤੇ ਮਜਬੂਰ ਕੀਤਾ। ਹਿੰਦੂ ਪ੍ਰਜਾ ਉੱਤੇ ਟੈਕਸ ਲਗਾ ਦਿੱਤਾ। ਤਿਲਕ ਤੇ ਜੰਜੂ ਧਾਰਨ ਕਰਨ ਤੇ ਰੋਕ ਲਗਾ ਦਿੱਤੀ। ਹਿੰਦੂ ਮੂਰਤੀਆਂ ਦੀ ਆਰਤੀ ਉਤਾਰਨ ਅਤੇ ਪੂਜਾ ਕਰਨ ਤੇ ਪਾਬੰਦੀ ਲਗਾ ਦਿੱਤੀ। ਔਰੰਗਜ਼ੇਬ ਦੇ ਹਾਕਮਾਂ ਦੀ ਸਖਤੀ ਤੋਂ ਤੰਗ ਆ ਕੇ ਕਸ਼ਮੀਰ ਦੇ ਬ੍ਰਾਹਮਣ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆਪ ਫਰਿਆਦੀ ਹੋਏ। ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮੁਗਲ ਸੈਨਿਕ ਹਿੰਦੂਆਂ ਨੂੰ ਬੁੱਧ ਪੂਜਕ ਕਹਿ ਕੇ ਉਹਨਾਂ ਤੇ ਅਤਿਆਚਾਰ ਕਰਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਇਸ ਕਠਿਨ ਸਮੇਂ ਵਿੱਚ ਹਿੰਦੂ ਧਰਮ ਦੀ ਰੱਖਿਆ ਦਾ ਕੋਈ ਯਤਨ ਕਰਨ ਤਾਂ ਕਿ ਮੁਗਲਾਂ ਦੇ ਜ਼ੁਲਮੋ ਸਿਤਮ ਤੋਂ ਬਚਿਆ ਜਾ ਸਕੇ। ਉਹਨਾਂ ਬ੍ਰਾਹਮਣਾਂ ਦੀ ਗੱਲ ਸੁਣ ਕੇ ਗੁਰੂ ਸਾਹਿਬ ਸੋਚਾਂ ਵਿੱਚ ਪੈ ਗਏ। ਗੁਰੂ ਜੀ ਨੂੰ ਸੋਚਾਂ ਵਿੱਚ ਡੁੱਬੇ ਵੇਖ ਕੇ ਬਾਲ ਗੋਬਿੰਦ ਰਾਏ ਨੇ ਸੰਜੀਦਗੀ ਦਾ ਕਾਰਨ ਪੁੱਛਿਆ ਤੇ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ ਕਿ ਇੱਕ ਮਹਾਪੁਰਖ ਦੀ ਕੁਰਬਾਨੀ ਦੀ ਲੋੜ ਹੈ। ਤਾਂ ਗੋਬਿੰਦ ਰਾਏ ਬੋਲ ਪਏ, ਆਪ ਵਰਗਾ ਹੋਰ ਮਹਾਪੁਰਖ ਕੌਣ ਹੋ ਸਕਦਾ ਹੈ। ਬਾਲ ਗੋਬਿੰਦ ਰਾਏ ਜੀ ਦੇ ਵਚਨ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਦੇ ਦਿੱਲੀ ਦਰਬਾਰ ਵਿੱਚ ਆਵਾਜ਼ ਬੁਲੰਦ ਕਰਨ ਦੀ ਖਾਤਰ ਦਿੱਲੀ ਚੱਲ ਪਏ। ਗੁਰੂ ਸਾਹਿਬ ਨੂੰ ਅਤੇ ਉਹਨਾਂ ਦੇ ਕੁਝ ਸਾਥੀਆਂ ਨੂੰ ਰਾਹ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਮੁਸਲਮਾਨ ਧਰਮ ਕਬੂਲਣ ਲਈ ਮਜਬੂਰ ਕੀਤਾ ਗਿਆ, ਪਰ ਗੁਰੂ ਸਾਹਿਬ ਤੇ ਉਹਨਾਂ ਦੇ ਸਾਥੀ ਅਡੋਲ ਹਿੰਦੂ ਧਰਮ ਦੀ ਵਕਾਲਤ ਕਰਦੇ ਰਹੇ। ਅੰਤ ਵਿੱਚ ਕਾਜ਼ੀ ਬਾਹੁਦੀਨ ਨੇ ਕੁਰਾਨੀ ਫਤਵਾ ਸੁਣਾਉਂਦੇ ਹੋਏ ਗੁਰੂ ਸਾਹਿਬ ਨੂੰ ਤੇ ਉਹਨਾਂ ਦੇ 3 ਸਾਥੀਆਂ ਨੂੰ ਸਜ਼ਾਏ ਮੌਤ ਦਾ ਹੁਕਮ ਦੇ ਦਿੱਤਾ। ਕਾਜ਼ੀ ਦੇ ਫਤਵੇ ਦੇ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਚਾਂਦਨੀ ਚੌਕ ਫవ్ਵਾਰੇ ਵਾਲੇ ਅਸਥਾਨ ਤੇ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਜ਼ਿੰਦਾ ਅਗਨੀ ਭੇਂਟ ਕੀਤਾ ਗਿਆ। ਤੀਜੇ ਸਾਥੀ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਉੱਤੇ ਗਰਮ ਤੇਲ ਵਿੱਚ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਿਰੜ ਤੇ ਕਾਇਮ ਰਹੇ। ਅਖੀਰ ਵਿੱਚ 11 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲਾਲ ਕਿਲੇ ਦੇ ਸਾਹਮਣੇ ਪਿੱਪਲ ਦੇ ਇੱਕ ਦਰਖਤ ਦੇ ਥੱਲੇ ਬਿਠਾ ਕੇ ਜੱਲਾਦ ਜਲਾਲੁਦੀਨ ਨੇ ਤਲਵਾਰ ਦੇ ਇੱਕ ਹੀ ਵਾਰ ਦੇ ਨਾਲ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਵਡੋ ਕਲੂ ਮੇ ਸਾਕਾ। तेग बहादुर के चलित पयो जगत को सोग है सब जग पयो जय 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 सुरलोक। ਇਹ ਭੋਰਾ ਸਾਹਿਬ ਗੁਰੂ ਸਾਹਿਬ ਜੀ ਦਾ ਸ਼ਹੀਦੀ ਅਸਥਾਨ ਹੈ, ਜਿਸ ਦੇ ਉੱਤੇ ਥੜਾ ਸਾਹਿਬ ਤੇ ਇੱਕ ਬਹੁਤ ਸੁੰਦਰ ਸੁਨਹਿਰੀ ਪਾਲਕੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਜ਼ਾਰਾਂ ਸ਼ਰਧਾਲੂਆਂ ਦੇ ਸਿਜਦੇ ਪ੍ਰਵਾਨ ਕਰਦਾ ਹੈ ਤੇ ਸਿਦਕਵਾਨ ਰਹਿ ਕੇ ਸਿੱਖ ਸੇਵਕਾਂ ਨੂੰ ਪ੍ਰੇਰਣਾ ਦੇ ਕੇ ਸੇਧ ਬਖਸ਼ਦਾ ਹੈ। ਗੁਰਦੁਆਰਾ ਸੀਸਗੰਜ ਸਾਹਿਬ ਵਿੱਚ 3 ਵਜੇ ਵੱਡੇ ਵੇਲੇ ਤੋਂ ਕੀਰਤਨ ਆਰੰਭ ਹੁੰਦਾ ਹੈ। ਸਾਰਾ ਦਿਨ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ।
प्रभ की शरण विचारो मन रे, प्रभ की शरण विचारो जह सिमरत कनकासे उधरी ताको जस उरतारो मन रे, प्रभ की शरण विचारो मन रे, प्रभ की शरण विचारो। अटल भयो रूजा कै सिमरन अरलिर पे पद पाया अटल भयो रूजा कै सिमरन अरलिर पे पद पाया अरलिर पे पद पाया मन रे, प्रभ की शरण विचारो मन रे। रात ਦੇ 10:30 ਵਜੇ समाप्ति ਦੇ ਉਪਰੰਤ संगत सफाई ਦੀ सेवा करती है। दर्शन करो इस खूह ਦੇ जिस ਦੇ पवित्र जल ਨਾਲ गुरु जी ने शहादत तो पहले स्नान करके नितनेम कीता सी। हासिक यादगार गुरुद्वारा श्री रकाबगंज साहिब है। यह गुरुद्वारा भारत की राजधानी नवी दिल्ली पार्लियामेंट हाउस तो कोई 200 गज के फासले ते स्थित है। कहा जाता है कि श्री गुरु तेग बहादुर जी के पवित्र सीस नूं शहीदी उपरांत भाई जीवन सिंह जी रंगरेटा अपनी बुक्कल विच छुपा के तूफानी दिन दे हनेरे विच आनंदपुर साहिब लै गया, जिसका संस्कार सीसगंज साहिब आनंदपुर साहिब वाले स्थान ते बाल गोबिंद राय अते सिख संगत ने बड़े सत्कार नाल कीता। पर शहादत दे उपरांत गुरु तेग बहादुर साहिब जी दे पवित्र धड़ नूं लक्की शाह वंजारा एक सिद्की सिख अपने रूई नाल लदे हुए गड्ढे विच लुका के अपने घर रकाबगंज साहिब दी बस्ती विच लै गया। दर्शन करो भोरा साहिब जो गुरु साहिब जी दे धड़ दा अंतिम संस्कार स्थान है। गुरुद्वारा रकाबगंज साहिब विच सारा दिन कीर्तन दा प्रवाह ते ढाडियां दियां वारां संगतां दे दिलां नूं निहाल करदियां हन। जगत में झूठी देखी प्रीत, जगत में झूठी देखी प्रीत, अपने ही सुख स्यों सब लागे, क्या दारा क्या मीत, जगत में झूठी देखी प्रीत, जगत में झूठी देखी प्रीत। मेरो मेरो सब कहत है, हित स्यों बांधे उचित,
हित सियों बांधे उचित। अंत काल संगी नह को एह अचरज है रीत जगत में झूठी देखी प्रीत जगत में झूठी देखी प्रीत। मन मूरख अजहू न समझत सिख दे हारे नीत। मन मूरख अजहू न समझत सिख दे हारे नीत। नानक पाओ जल पार पर जो गावे प्रभु के गीत जगत में झूठी देखी। गुरुद्वारा बंगला ਸਾਹਿਬ 8वें सिख गुरु श्री हरकिशन साहिब जी की स्मृति का एक पावन चिन्ह है। सुनहरी गुंबद, झूमदा केसरी निशान ते विशाल स्वच्छ जल दा सरोवर हजारां दी तादाद विच संगतां नूं आकर्षित करदा है। गुरुद्वारा बंगला साहिब दे इतिहास वाल नजर मारन ते स्पष्ट हुंदा है कि औरंगजेब दे दरबार विच गुरु हरिराय साहिब वल्लों भेजे गए राम राय जी ने गुरबाणी दी तुक मिट्टी मुसलमान की पेड़े पई कुम्यार दी थां मिट्टी बेईमान की पेड़े कई कुम्यार बदल के गुरु घर ते सिक्खी दा अपमान कीता है। तां गुरु हरिराय साहिब ने नाराज होके गुरु गद्दी बाला प्रीतम हरकिशन साहिब नूं बख्श दित्ती। गुरु हरकिशन साहिब दे वड्डे भराता राम राय जी ने यह शिकायत औरंगजेब दे दरबार विच कीती तां बादशाह ने राम राय जी दा पक्ष पूरन दे लई गुरु हरकिशन साहिब जी नूं दिल्ली तलब कीता, पर गुरु साहिब ने बादशाह दे हुक्म दी कोई परवाह ना कीती। उन्हां दिनां विच ही दिल्ली शहर विच हैजे ते चेचक दी बीमारी फैल गई। इस औखी घड़ी विच संगतां ने गुरु हरकिशन साहिब नूं याद कीता। उधरों बादशाह औरंगजेब दे कहण ते राजा जय सिंह ने सिफारिश की कि गुरु हरकिशन साहिब दिल्ली पधार के संगतां नूं निहाल करन। राजा जय सिंह दे सद्दे उत्ते गुरु हरकिशन साहिब कुछ सिख संगतां दे नाल दिल्ली लई किरतपुर साहिब तो रवाना हो पए। राह विच पंजोखड़ा साहिब दे स्थान उत्ते गुरु जी ने पंडित लाल चंद दा मान तोड़ के छज्जू झीवर कोलों गीता दे श्लोक दे अर्थ करवा के गुरु घर दी वडियाई स्थापित कीती। गुरु साहिब बड़ी छोटी अवस्था विच सन। उन्हां दा इह करिश्मा तक के पंजोखड़ा साहिब दे सारे लोग गुरु हरकिशन साहिब जी दे चरनां तो बलिहार जान लग पए। दिल्ली पहुंच के गुरु साहिब जी ने राजा जय सिंह दे बंगले विच कियाम कीता। राजा जय सिंह दा बंगला सिख संगतां लई पूजन जोग हो गया। हुम-हुमा के रोगी, बीमार ते बीमारी विच ग्रसे हुए लोग आके गुरु साहिब दे आशीर्वाद प्राप्त करदे ते उन्हां दा बख्शिया चरणामृत पी के राजी हो जांदे। गुरु साहिब ने दिल्ली विच रहण वाले हजारां दुखियां दे दुख ते रोगियां दे रोगां नूं दूर कीता। राजा जय सिंह दी राणी ने गुरु साहिब दी आत्मक शक्ति दा इम्तिहान लेना चाहया। वो अपनियां नौकरानियां ते गोलियां दे विचकार सधारण स्त्री बन के खड़ी हो गई ताकि गुरु साहिब पहचान के दसन कि उन्हां विचों राणी किहड़ी है। झट गुरु जी ने राणी दी शनाख्त करके सारियां नूं हैरान कर दिता। राणी ने झुक के गुरु जी दे चरनां उत्ते नमस्कार कीता। कई दिनां तक चेचक ते हैजे दे रोगियां विच रहण कारण गुरु जी सोहल शरीर होण कारण बीमारी विच ग्रसे गए। अखीर 30 अप्रैल 1664 ईस्वी नूं गुरु साहिब 8 साल दी उम्र विच ज्योति जोत समा गए। राजा जय सिंह ने अपना बंगला गुरु हरकिशन साहिब जी दे चरनां विच अर्पित कर दिता।
वर्तमान बंगला साहिब उसे बंगले का स्वरूप सर्ब सिख संगत लई गुरु धाम बन के निखरिया है। दिन रात हजारां संगतां गुरुद्वारा श्री बंगला साहिब दे स्थान उत्ते कीर्तन दा रस मान के अपना जन्म सफला करदियां हन। दुख पंजन तेरा नाम जी, दुख पंजन तेरा नाम, दुख पंजन तेरा नाम। आठ पहर आराती है पूरन सतगुर ज्ञान, पूरन सतगुर ज्ञान। दुख पंजन तेरा नाम जी, दुख पंजन तेरा नाम, दुख पंजन तेरा नाम जी, दुख पंजन तेरा नाम। कट वसै पार ब्रह्म सोई सुहावा थाओ, जित कट वसै पार ब्रह्म सोई सुहावा थाओ। जम कंकर नेड़ न आवई रस न हर गुण गाओ, रस न हर गुण गाओ। दुख पंजन तेरा नाम जी, दुख पंजन तेरा नाम, दुख पंजन तेरा नाम जी, दुख पंजन तेरा नाम। आठ पहर आराती है पूरन सतगुर ज्ञान, पूरन सतगुर ज्ञान। दुख पंजन तेरा नाम जी, दुख पंजन तेरा नाम, दुख पंजन तेरा नाम। गुरुद्वारा बाला साहिब। नवी दिल्ली जमुना के किनारे स्थित गुरुद्वारा बाला साहिब एक नवेकली शान रखता है। यह गुरुद्वारा बाला प्रीतम श्री गुरु हरकृष्ण साहब का अंतिम स्थान अंगीठा साहब है। गुरु साहिब बंगला साहिब वाले स्थान उत्ते इस संसार नूं अलविदा आख गए सन। उन्हां दी अंतिम यात्रा का स्मारक वर्तमान गुरुद्वारा बाला साहिब हजारां संगतां दे दर्शनां लई कायम कीता गया। इस धार्मिक स्थान नूं सन 1783 विच शिनाख्त करके सिख पंथ दे उगे जरनैल सरदार बघेल सिंह ने स्थापित किया सी। गुरुद्वारा बाला साहिब एक बहुत ही सुंदर ते खुले डुले इहाते विच बनया होया धार्मिक स्थान है। सवेरे शाम रस भिनड़े कीर्तन दा आनंद मान के संगतां आत्मक रस नाल भरपूर हो जांदियां हन। एक थड़ा साहिब उत्ते सुनहरी पालकी विच श्री गुरु ग्रंथ साहिब का प्रकाश दर्शन योग है। गुरुद्वारा बाला साहिब की महत्ता नूं इतिहासिक बनाउण विच दो होर इतिहासिक स्थान माता सुंदर कौर जी दा अंगीठा ते माता साहिब कौर जी दा अंगीठा है, जिथे दिन रात अखंड पाठां दी लड़ी चलदी रहिंदी है ते संगतां अपनी अकीदत दे फुल भेंट करदियां रहिंदियां हन। जिसके सिर ऊपर तू स्वामी सो दुख कैसा पावे, बोल न जाने माया मत माता मरना चीत न आवे। जिसके सिर ऊपर तू स्वामी सो दुख कैसा पावे। सतनाम वाहिगुरु, सतनाम वाहिगुरु।
सतनाम वाहिगुरु सतनाम वाहिगुरु मेरे राम राए तू संतां का संत तेरे सेवक का पाओ किस नाही जम नहीं आवे नेरे जो तेरे रंग राते स्वामी तिनका जन्म मरण दुख नासा तेरी बख्श न मेटा कोई सतगुर का दिलासा सतगुर का दिलासा जिसके सिर ऊपर तू स्वामी सो दुख कैसा पावे बोल न जाने माया मत माता मरना चीत न आवे मरना चीत न आवे जिसके सिर ऊपर तू स्वामी सो दुख कैसा पावे सतनाम वाहिगुरु सतनाम वाहिगुरु सतनाम वाहिगुरु सतनाम वाहिगुरु नाम ते आइन सुख पल पाइन आठ पहर आराधन तेरी शरण तेरे परवास पंच दुष्ट ले साधन ज्ञान ध्यान किस कर्म न जाना सार न जाना तेरी सब तेरा सतगुर नानक जिन कल राखी मेरी जिन कल राखी मेरी जिसके सिर ऊपर तू स्वामी सो दुख कैसा पावे बोल न जाना माया मत माता मरना चीत न आवे मरना चीत न आवे जिसके सिर ऊपर तू स्वामी सो दुख कैसा पावे जिसके सिर ऊपर तू स्वामी सो दुख कैसा पावे सतनाम वाहिगुरु सतनाम वाहिगुरु सतनाम वाहिगुरु सतनाम वाहिगुरु 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 गुरुद्वारा बाबा बंदा सिंह बहादुर महरोली नवी दिल्ली इतिहासिक महानता नाल भरपूर गुरुद्वारा बाबा बंदा सिंह बहादुर दा शहीदी अस्थान महरोली कस्बे दे इतिहासिक ते प्रसिद्ध कुतुब मीनार तो 300 गज दे फासले उत्ते स्थित बाबा बंदा सिंह जी दा शहीदी स्मारक खालसा जी दी शान नूं दोबाला करदा नजर पैंदा है। यह अस्थान ख्वाजा हजरत बख्तियार काकी जी दी दरगाह तो बिल्कुल नजदीक बनिया होया है। हर साल 17 जून नूं बाबा बंदा सिंह जी बहादुर पंथ दे प्रसिद्ध जरनैल दा शहीदी दिवस इस स्थान ते मनाया जाता है। हजारां संगतां नजराने लैके मस्तक झुका के बाबा जी दी याद ताजा कर दियां हन। बाबा जी दे अणखी ते पवित्र खून ने इस धरती दे जरियां विच सिख कौम लई गैरत दी रमस पार दित्ती है। सरब संगत ए जानदी है कि सरहंद दे सूबेदार वजीर खान ने गुरु दशमेश पिता जी दे दो छोटे साहिबजादे
ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਜਿਉਂਦੇ ਜੀ ਸਰਹੰਦ ਦੀਆਂ ਕੰਧਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਸੀ। ਇਸ ਨਿਰਦਈ ਸੂਬੇ ਤੋਂ ਇਹਨਾਂ ਦੋ ਮਾਸੂਮ ਜਿੰਦਾਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਹਜ਼ੂਰ ਸਾਹਿਬ ਤੋਂ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਚਖਾ ਕੇ ਸਿੰਘ ਸਜਾ ਕੇ 5 ਸਿੰਘਾਂ ਦੇ ਜੱਥੇ ਦੇ ਨਾਲ 5 ਤੀਰ ਤੇ ਤੀਰ ਕਮਾਨ ਦੇ ਕੇ ਪੰਜਾਬ ਵੱਲ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਲੋਕ ਹਿਤੈਸ਼ੀ ਸਿੰਘਾਂ ਦੀ ਅਗਵਾਈ ਕਰਦਾ ਜ਼ਾਲਮਾਂ, ਕਾਤਲਾਂ ਤੇ ਬੂਚੜਾਂ ਨੂੰ ਸੋਧਦਾ ਮਈ 1710 ਈਸਵੀ ਨੂੰ ਸਰਹੰਦ ਪੁੱਜਿਆ। ਸਰਹੰਦ ਉੱਤੇ ਹਮਲਾ ਕਰਕੇ ਉਸਨੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ। ਸੂਬਾ ਸਰਹੰਦ ਵਜ਼ੀਰ ਖਾਨ ਤੇ ਦੀਵਾਨ ਸੁੱਚਾ ਨੰਦ ਨੂੰ ਗ੍ਰਿਫਤਾਰ ਕਰਕੇ ਇਬਰਤਨਾਕ ਮੌਤ ਦੀ ਸਜ਼ਾ ਦਿੱਤੀ। ਸਾਹਿਬਜ਼ਾਦਿਆਂ ਦੇ ਕਾਤਲਾਂ ਨੂੰ ਸੋਧ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਹੋਰ ਕਈ ਇਲਾਕੇ ਫਤਿਹ ਕਰਕੇ ਪੰਜਾਬ ਵਿੱਚ ਪਹਿਲੇ ਖਾਲਸਾ ਰਾਜ ਦਾ ਨੀਂਹ ਪੱਥਰ ਰੱਖਿਆ। ਪੰਜਾਬ ਵਿੱਚ ਮੁਗਲ ਹਾਕਮਾਂ ਨੂੰ ਮਾਰ ਮੁਕਾਉਂਦਾ ਤੇ ਗਰੀਬ ਪ੍ਰਜਾ ਦੀ ਰਖਵਾਲੀ ਕਰਦਾ ਬੰਦਾ ਸਿੰਘ ਬਹਾਦਰ 1716 ਈਸਵੀ ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਲਾਹੌਰ ਦੇ ਸੂਬੇ ਅਬਦਲ ਸਮਦ ਖਾਨ ਨੇ 9 ਮਹੀਨੇ ਦੇ ਘੇਰੇ ਪਿੱਛੋਂ ਗ੍ਰਿਫਤਾਰ ਕਰਕੇ ਦਿੱਲੀ ਦਰਬਾਰ ਦੇ ਮੁਗਲ ਬਾਦਸ਼ਾਹ ਫਰਖ ਸਈਅਰ ਦੀ ਕਚਹਿਰੀ ਵਿੱਚ 740 ਸਿੰਘਾਂ ਦੇ ਜੱਥੇ ਸਮੇਤ ਪੇਸ਼ ਕੀਤਾ। ਬੰਦਾ ਸਿੰਘ ਬਹਾਦਰ ਦੇ ਬਹਾਦਰ ਸਾਥੀਆਂ ਨੂੰ ਚਾਂਦਨੀ ਚੌਕ ਦਿੱਲੀ ਲਾਲ ਕਿਲੇ ਦੇ ਸਾਹਮਣੇ 100 ਦਾ ਜੱਥਾ ਬਣਾ ਕੇ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ 4 ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਬੜੀ ਬੇਰਹਿਮੀ ਨਾਲ ਮੁਗਲ ਜੱਲਾਦ ਨੇ ਇਸ ਅਸਥਾਨ ਉੱਤੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਸ਼ਹੀਦ ਕੀਤਾ। ਗੁਰਦੁਆਰਾ ਮੋਤੀ ਬਾਗ। ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਰਤਮਾਨ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਦੱਖਣ ਵਿੱਚ ਔਰੰਗਜ਼ੇਬ ਨੂੰ ਮਿਲਣ ਲਈ ਅੱਗੇ ਵਧ ਰਹੇ ਸਨ ਕਿ ਬਗੌਰ ਪਹੁੰਚ ਕੇ ਗੁਰੂ ਜੀ ਨੇ ਖਬਰ ਮਿਲੀ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੈ। ਔਰੰਗਜ਼ੇਬ ਦੇ 3 ਪੁੱਤਰਾਂ ਵਿਚਕਾਰ ਜੰਗ ਛਿੜ ਗਈ। ਸ਼ਹਿਜ਼ਾਦਾ ਮੌਜ਼ਮ, ਜੋ ਬਾਅਦ ਵਿੱਚ ਬਹਾਦਰ ਸ਼ਾਹ ਦੇ ਨਾਂ ਤੇ ਮੁਗਲ ਬਾਦਸ਼ਾਹ ਪ੍ਰਸਿੱਧ ਹੋਇਆ, ਵੱਲੋਂ ਏਲਚੀ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ ਕਿ ਗੁਰੂ ਸਾਹਿਬ ਦਿੱਲੀ ਦਾ ਤਖਤ ਹਾਸਲ ਕਰਨ ਲਈ ਬਹਾਦਰ ਸ਼ਾਹ ਦੀ ਸਹਾਇਤਾ ਕਰਨ। ਬਹਾਦਰ ਸ਼ਾਹ ਦੀ ਨੇਕ ਨੀਤੀ ਤੋਂ ਗੁਰੂ ਸਾਹਿਬ ਭਾਈ ਨੰਦ ਲਾਲ ਜੀ ਦੇ ਜ਼ਰੀਆ ਜਾਣੂ ਸਨ। ਇਸ ਲਈ ਗੁਰੂ ਸਾਹਿਬ ਨੇ ਬਹਾਦਰ ਸ਼ਾਹ ਦੀ ਸਹਾਇਤਾ ਕਰਨੀ ਇਸ ਸ਼ਰਤ ਉੱਤੇ ਕਬੂਲ ਕਰ ਲਈ ਕਿ ਬਹਾਦਰ ਸ਼ਾਹ ਬਾਦਸ਼ਾਹ ਬਣ ਕੇ ਸਾਹਿਬਜ਼ਾਦਿਆਂ ਦੇ ਕਾਤਿਲ, ਸੂਬਾ ਸਰਹੰਦ ਤੇ ਹੋਰ ਦਗਾ ਦੇਣ ਵਾਲੇ ਮੁਗਲ ਹਾਕਮਾਂ ਨੂੰ ਸਜ਼ਾ ਦੇਵੇਗਾ। ਬਹਾਦਰ ਸ਼ਾਹ ਨੇ ਇਹ ਗੱਲ ਪ੍ਰਵਾਨ ਕਰ ਲਈ। ਗੁਰੂ ਸਾਹਿਬ ਦੀਆਂ ਫੌਜਾਂ ਨੇ ਦਿੱਲੀ ਦਾ ਤਖਤ ਹਾਸਲ ਕਰਨ ਲਈ ਬਹਾਦਰ ਸ਼ਾਹ ਦੀ ਪੂਰੀ ਮਦਦ ਕੀਤੀ। ਬਹਾਦਰ ਸ਼ਾਹ ਦਿੱਲੀ ਦੇ ਤਖਤ ਦਾ ਮਾਲਿਕ ਬਣ ਗਿਆ। ਗੁਰੂ ਜੀ ਬਾਦਸ਼ਾਹ ਦੀ ਮੁਲਾਕਾਤ ਲਈ ਦਿੱਲੀ ਪੁੱਜੇ। ਗੁਰੂ ਸਾਹਿਬ ਤੇ ਉਹਨਾਂ ਦੀ ਖਾਲਸਾ ਫੌਜ ਨੇ ਧੌਲਾ ਕੁਆਂ ਦੇ ਨੇੜੇ ਵਰਤਮਾਨ ਮੋਤੀ ਬਾਗ ਗੁਰਦੁਆਰਾ ਸਾਹਿਬ ਦੇ ਅਸਥਾਨ ਉੱਤੇ ਆ ਡੇਰਾ ਲਾਇਆ। ਉੱਥੇ ਮੋਤੀ ਨਾਂ ਦਾ ਇੱਕ ਬਾਣੀਆ ਚਮੜੇ ਦਾ ਸੌਦਾਗਰ ਰਹਿੰਦਾ ਹੁੰਦਾ ਸੀ। ਉਸਨੇ ਆਪਣੀ ਹਵੇਲੀ ਗੁਰੂ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਅਰਪਿਤ ਕਰ ਦਿੱਤੀ। ਇਸ ਅਸਥਾਨ ਤੋਂ ਗੁਰੂ ਜੀ ਨੇ ਤੀਰ ਦੀ ਨੋਕ ਤੇ ਚਿੱਠੀ ਬਣ ਕੇ ਲਾਲ ਕਿਲੇ ਵਿੱਚ ਤੀਰ ਮਾਰਿਆ ਤੇ ਬਾਦਸ਼ਾਹ ਨੂੰ ਆਪਣੇ ਦਿੱਲੀ ਆਉਣ ਦੀ ਖਬਰ ਕਰ ਦਿੱਤੀ। ਉਸ ਦਿਨ ਤੋਂ ਹੀ ਇਸ ਅਸਥਾਨ ਦਾ ਨਾਂ ਗੁਰਦੁਆਰਾ ਸ਼੍ਰੀ ਮੋਤੀ ਬਾਗ ਪ੍ਰਸਿੱਧ ਹੋ ਗਿਆ। ਗੁਰੂ ਜੀ ਤੇ ਉਹਨਾਂ ਦੀਆਂ ਫੌਜਾਂ ਕੁਝ ਦਿਨ ਇੱਥੇ ਹੀ ਠਹਿਰੇ ਸਨ। ਵਰਤਮਾਨ ਗੁਰਦੁਆਰਾ ਸਾਹਿਬ ਦਾ ਨਿਰਮਾਣ ਸਮੂਹ ਸਿੱਖ ਸੰਗਤ ਵੱਲੋਂ ਕਰਵਾਇਆ ਗਿਆ ਹੈ। ਗੁਰਦੁਆਰਾ ਮੋਤੀ ਬਾਗ ਵਿੱਚ ਸਵੇਰੇ ਤੋਂ ਰਾਤ ਤੱਕ ਕੀਰਤਨ ਹੁੰਦਾ ਰਹਿੰਦਾ ਹੈ। ਗੁਰਦੁਆਰਾ ਮੋਤੀ ਬਾਗ ਸਾਹਿਬ ਚਿੱਟੇ ਸੰਗਮਰਮਰ ਨਾਲ ਸ਼ਿੰਗਾਰਿਆ ਗਿਆ ਕਾਫੀ ਉੱਚਾ ਗੁਰੂ ਅਸਥਾਨ ਹੈ। ਦੂਰ ਦੂਰ ਤੋਂ ਸੰਗਤਾਂ ਇਸ ਦਾ ਦੀਦਾਰ ਕਰਕੇ ਇਸ ਦੀ ਇਤਿਹਾਸਿਕ ਮਹੱਤਤਾ ਨੂੰ ਯਾਦ ਕਰਦੀਆਂ ਹਨ। ਗੁਰਦੁਆਰਾ ਦਮਦਮਾ ਸਾਹਿਬ। ਇਹ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾਲ ਸੰਬੰਧਿਤ ਹੈ। ਦਿੱਲੀ ਫੇਰੀ ਸਮੇਂ ਗੁਰੂ ਸਾਹਿਬ ਤੇ ਬਾਦਸ਼ਾਹ ਬਹਾਦਰ ਸ਼ਾਹ ਦੀ ਮੁਲਾਕਾਤ ਹੁਮਾਯੂੰ ਟੂਮ ਦੇ ਲਾਗੇ ਖੁੱਲੇ ਮੈਦਾਨ ਵਿੱਚ ਹੁੰਦੀ ਰਹੀ। ਗੁਰੂ ਗੋਬਿੰਦ ਸਿੰਘ ਜੀ ਨੇ
ਬਾਦਸ਼ਾਹ ਨੂੰ ਇੱਥੇ ਹੀ ਉਹਨਾਂ ਪਹਾੜੀ ਰਾਜਿਆਂ ਤੇ ਮੁਗਲ ਸੈਨਿਕਾਂ ਦੇ ਨਾਂ ਪਤੇ ਬਾਦਸ਼ਾਹ ਨੂੰ ਦਿੱਤੇ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਪਰਿਵਾਰ ਨਾਲ ਧੋਖਾ ਕਰਕੇ ਆਨੰਦਪੁਰ ਸਾਹਿਬ, ਚਮਕੌਰ ਸਾਹਿਬ ਤੇ ਸਰਹੰਦ ਸਾਹਿਬ ਤੇ ਜ਼ੁਲਮ ਕੀਤਾ ਸੀ। ਬਾਦਸ਼ਾਹ ਨੇ ਗੁਰੂ ਸਾਹਿਬ ਦੇ ਹੁਕਮ ਨੂੰ ਪ੍ਰਵਾਨ ਤਾਂ ਕਰ ਲਿਆ, ਪਰ ਭਵਿੱਖ ਵਿੱਚ ਉਹ ਅਮਲੀ ਜਾਮਾ ਪਹਿਨਾਉਣ ਤੋਂ ਮਜਬੂਰ ਰਿਹਾ। ਗੁਰਦੁਆਰਾ ਦਮਦਮਾ ਸਾਹਿਬ ਗੁਰੂ ਜੀ ਦੇ ਆਰਜ਼ੀ ਠਹਿਰਨ ਦਾ ਸਥਾਨ ਹੋਣ ਕਰਕੇ ਇਸ ਪਵਿੱਤਰ ਸਥਾਨ ਨੂੰ ਗੁਰਦੁਆਰਾ ਦਮਦਮਾ ਸਾਹਿਬ ਦੇ ਨਾਂ ਨਾਲ ਮੌਸੂਮ ਕੀਤਾ ਗਿਆ। ਇਸੇ ਸਥਾਨ ਉੱਤੇ ਬਾਦਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਕੀਮਤੀ ਤੋਹਫੇ ਤੇ ਨਜ਼ਰਾਨੇ ਪੇਸ਼ ਕੀਤੇ ਸਨ। ਬਾਦਸ਼ਾਹ ਨੇ ਮਾਤਾ ਸੁੰਦਰ ਕੌਰ ਤੇ ਸਾਹਿਬ ਕੌਰ ਜੀ ਦੀ ਰਿਹਾਇਸ਼ ਦਾ ਪ੍ਰਬੰਧ ਦਿੱਲੀ ਵਿੱਚ ਕਰ ਦਿੱਤਾ। ਇੱਥੋਂ ਬਾਦਸ਼ਾਹ ਛੇਤੀ ਹੀ ਦੱਖਣ ਵੱਲ ਨੂੰ ਕੂਚ ਕਰ ਗਿਆ, ਕਿਉਂਕਿ ਹਾਲਾਤ ਇਹੋ ਜਿਹੇ ਸਨ। ਗੁਰੂ ਸਾਹਿਬ ਦਾ ਦੱਖਣ ਵਿੱਚ ਨੰਦੇੜ ਹਜ਼ੂਰ ਸਾਹਿਬ ਜਾਣਾ ਵੀ ਇਸੇ ਇਤਿਹਾਸ ਨਾਲ ਸੰਬੰਧ ਰੱਖਦਾ ਹੈ। ਗੁਰਦੁਆਰਾ ਮਾਤਾ ਸੁੰਦਰੀ ਜੀ। ਇਹ ਗੁਰਦੁਆਰਾ ਮਾਤਾ ਸੁੰਦਰੀ ਜੀ ਦੀ ਯਾਦ ਵਿੱਚ ਦਿੱਲੀ ਦਰਿਆਗੰਜ ਦੇ ਨੇੜੇ ਸਿੱਖ ਇਤਿਹਾਸ ਦਾ ਪ੍ਰਸਿੱਧ ਸਮਾਰਕ ਹੈ। ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਬਹਾਦਰ ਸ਼ਾਹ ਦੇ ਪਿੱਛੇ ਦੱਖਣ ਵਿੱਚ ਨੰਦੇੜ ਸਾਹਿਬ ਨੂੰ ਚਲੇ ਗਏ, ਪਰ ਉਹ ਆਪਣੇ ਮਹਿਲ ਮਾਤਾ ਸੁੰਦਰੀ ਜੀ ਤੇ ਸਾਹਿਬ ਦੇਵਾ ਜੀ ਨੂੰ ਬਹਾਦਰ ਸ਼ਾਹ ਵੱਲੋਂ ਪੇਸ਼ ਕੀਤੀ ਗਈ ਸੁਰੱਖਿਅਤ ਜਗ੍ਹਾ ਕੂਚਾ ਦਿਲ ਵਾਲੀ ਅਜਮੇਰੀ ਗੇਟ ਦੇ ਲਾਗੇ ਛੱਡ ਗਏ ਸਨ। ਇਸ ਅਸਥਾਨ ਤੇ ਕੁਝ ਸਿੰਘ ਪਹਿਲਾਂ ਤੋਂ ਹੀ ਰਹਿ ਰਹੇ ਸਨ। ਮਾਤਾ ਜੀ ਹਰ ਪੱਖੋਂ ਸੁਰੱਖਿਅਤ ਇੱਥੇ ਰਹੇ। ਦੱਖਣ ਨੂੰ ਵਿਦਾਈ ਤੋਂ ਪਹਿਲਾਂ ਕੁਝ ਸ਼ਸਤਰ ਨਿਤਾ ਪ੍ਰਤੀ ਦਰਸ਼ਨਾਂ ਲਈ ਦੇ ਗਏ ਸਨ। ਮਾਤਾ ਸੁੰਦਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਨ 1708 ਵਿੱਚ ਜੋਤੀ ਜੋਤ ਸਮਾਣ ਤੋਂ ਬਾਅਦ ਖਾਲਸਾ ਪੰਥ ਦੀ ਬੜੀ ਸੁਚੱਜੀ ਅਗਵਾਈ ਕੀਤੀ। ਕੁਝ ਦੇਰ ਲਈ ਮਾਤਾ ਜੀ ਮਥੁਰਾ ਵੀ ਚਲੇ ਗਏ ਸਨ, ਪਰ ਛੇਤੀ ਹੀ ਦਿੱਲੀ ਪਰਤ ਕੇ ਉਹਨਾਂ ਨੇ ਵਰਤਮਾਨ ਗੁਰਦੁਆਰਾ ਮਾਤਾ ਸੁੰਦਰੀ ਜੀ ਵਾਲੇ ਸਥਾਨ ਉੱਤੇ ਰਿਹਾਇਸ਼ ਰੱਖੀ। ਇੱਥੋਂ ਹੀ ਉਹਨਾਂ ਨੇ ਕਈ ਹੁਕਮਨਾਮੇ ਜਾਰੀ ਕਰਕੇ ਸਿੱਖ ਸੰਗਤ ਨੂੰ ਸੇਧ ਬਖਸ਼ੀ। ਜਦ ਕਦੀ ਵੀ ਖਾਲਸੇ ਦਲਾਂ ਵਿੱਚ ਆਪਸੀ ਮਤਭੇਦ ਹੋ ਜਾਂਦਾ ਤਾਂ ਮਾਤਾ ਜੀ ਵਿੱਚ ਪੈ ਕੇ ਉਹਨਾਂ ਦੀ ਸੁਲਹ ਸਫਾਈ ਕਰਵਾ ਦਿੰਦੇ ਸਨ। ਮਾਤਾ ਸਾਹਿਬ ਕੌਰ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਲਈ ਹਜ਼ੂਰ ਸਾਹਿਬ ਚਲੇ ਗਏ ਸਨ, ਪਰ ਭਾਈ ਮਨੀ ਸਿੰਘ ਜੀ ਦੇ ਨਾਲ ਉਹ ਫੇਰ ਮਾਤਾ ਸੁੰਦਰ ਕੌਰ ਜੀ ਦੇ ਕੋਲ ਦਿੱਲੀ ਆ ਗਏ। ਮਾਤਾ ਸਾਹਿਬ ਕੌਰ ਜੀ ਦਿੱਲੀ ਰਹਿੰਦਿਆਂ ਹੀ ਸਨ 1745 ਈਸਵੀ ਵਿੱਚ ਜੋਤੀ ਜੋਤ ਸਮਾ ਗਏ ਤੇ ਮਾਤਾ ਸੁੰਦਰ ਕੌਰ ਜੀ ਸਨ 1747 ਈਸਵੀ ਨੂੰ ਜੋਤੀ ਜੋਤ ਸਮਾ ਗਏ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਦੇ ਅੰਗੀਠੇ ਗੁਰਦੁਆਰਾ ਬਾਲਾ ਸਾਹਿਬ ਜੀ ਦੇ ਇਹਾਤੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸਮਾਧ ਦੇ ਲਾਗੇ ਬਣੇ ਹੋਏ ਹਨ। ਉਹਨਾਂ ਦੋਵਾਂ ਦਾ ਸੰਸਕਾਰ ਇਸੇ ਸਥਾਨ ਉੱਤੇ ਜਮਨਾ ਦੇ ਕੰਢੇ ਕੀਤਾ ਗਿਆ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ, ਖਾਲਸਾ ਮੇਰੋ ਪਿੰਡ ਪਰਾਨ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬੀਰਦ, ਖਾਲਸਾ ਮੇਰੋ ਪਛਿਆਰ ਪਾਤਾ, ਖਾਲਸਾ ਮੇਰੋ ਸੁਖ ਐਲਾਦਾ, ਖਾਲਸਾ ਮੇਰੋ ਪਛਿਆਰ ਪਾਤਾ, ਖਾਲਸਾ ਮੇਰੋ ਸੁਖ ਐਲਾਦਾ, ਖਾਲਸਾ ਮੇਰੋ ਸੁਖ ਐਲਾਦਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੀ ਜਾਨ ਕੀ ਜਾਨ। ਗੁਰਦੁਆਰਾ ਨਾਨਕ ਪਿਆਊ ਦਿੱਲੀ ਦਾ ਸਭ ਤੋਂ ਪਹਿਲਾ ਇਤਿਹਾਸਿਕ ਗੁਰਦੁਆਰਾ
ਗੁਰਦੁਆਰਾ ਸ੍ਰੀ ਨਾਨਕ ਪਿਆਊ GT ਕਰਨਾਲ ਰੋਡ ਦੇ ਉੱਤੇ ਬਣਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਦક્ષਿਣ ਤੇ ਪੂਰਬੀ ਭਾਰਤ ਦੇ ਦਰਸ਼ਨਾਂ ਲਈ ਉਦਾਸੀ ਉੱਤੇ ਨਿਕਲੇ ਤੇ ਉਹਨਾਂ ਨੇ ਇਸ ਪਵਿੱਤਰ ਸਥਾਨ ਉੱਤੇ ਆਉਂਦੇ ਜਾਂਦੇ ਮੁਸਾਫਰਾਂ ਨੂੰ ਜਲ ਛਕਾਉਣ ਦੀ ਸੇਵਾ ਕੀਤੀ। ਦਰਸ਼ਨ ਕਰੋ ਉਸ ਇਤਿਹਾਸਿਕ ਖੂਹ ਦੇ, ਜਿਸ ਦੇ ਨਾਂ ਉੱਤੇ ਇਸ ਪਵਿੱਤਰ ਸਥਾਨ ਦਾ ਨਾਂ ਗੁਰਦੁਆਰਾ ਨਾਨਕ ਪਿਆਊ ਪ੍ਰਸਿੱਧ ਹੋਇਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਧੰਨ ਉਹਨਾਂ ਦੀ ਸਿੱਖੀ, ਜਿਸ ਨੇ ਦੁਨੀਆ ਨੂੰ ਸਮਾਜ ਸੁਧਾਰ ਤੋਂ ਲੈ ਕੇ ਜੀਵਨ ਦੇ ਹਰ ਪੱਖ ਵਿੱਚ ਸਰਬ ਜਗਤ ਦਾ ਕਲਿਆਣ ਮੰਗਿਆ ਹੈ। ਮਨ ਰੇ ਪ੍ਰਭ ਕੀ ਸਰਨ ਵਿਚਾਰ, ਮਨ ਰੇ ਪ੍ਰਭ ਕੀ ਸਰਨ ਵਿਚਾਰ, ਤਹਿ ਸਿਮਰਤ कनकासे उतरी, ताको जस उरतारो, मन रे प्रभ की शरण विचारो, मन रे प्रभ की शरण विचारो। अटल भयो तूजा कै सिमरन, अलिर पद पाया, अटल भयो तूजा कै सिमरन, अलिर पद पाया, अलिर पद पाया, मन रे प्रभ की शरण विचारो, मन रे प्रभ की शरण विचारो। दुख हरता बिद को स्वामी, तै काहे बिसराया, दुख हरता बिद को स्वामी, तै काहे बिसराया, तै काहे बिसराया, मन रे प्रभ की शरण विचारो, मन रे प्रभ की शरण विचारो। ਗੁਰਦੁਆਰਾ ਮਜਨੂ ਟਿੱਲਾ। ਕਹਿੰਦੇ ਹਨ ਸਦੀਆਂ ਸਮੇਂ ਪਹਿਲਾਂ ਇਸ ਸਥਾਨ ਉੱਤੇ ਇੱਕ ਉੱਚਾ ਟਿੱਲਾ ਜਾਂ ਟਿੱਬਾ ਹੁੰਦਾ ਸੀ। ਇਸ ਟਿੱਲੇ ਦੇ ਸਿਖਰ ਏਕਾਂਤ ਚੌਗਿਰ ਦੇ ਵਿੱਚ ਇੱਕ ਸਾਈਂ ਰੰਗ ਰਤਾ ਫਕੀਰ ਮਜਨੂ ਰਹਿੰਦਾ ਸੀ। ਮਜਨੂ ਰੱਬੀ ਜਨੂਨ ਵਿੱਚ ਗਲਤਾਨ ਦੁਨੀਆ ਨੂੰ ਵਿਸਰ ਗਿਆ ਸੀ। ਉਹਦੀ ਕੱਲੀ ਕਾਰੀ ਜਾਨ ਰੱਬ ਰੱਬ ਕਰਕੇ ਸਰਬਤ ਦਾ ਭਲਾ ਲੋੜਦੀ।
ਭਾਰਤ ਦੀ ਉਦਾਸੀ ਸਮੇਂ ਗੁਰੂ ਨਾਨਕ ਸਾਹਿਬ ਜੀ ਘੁੰਮਦੇ ਘੁਮਾਉਂਦੇ ਇਸ ਟਿੱਲੇ ਉੱਤੇ ਆ ਨਿਕਲੇ। ਉਹਨਾਂ ਨੇ ਇਸ ਧਰਤੀ ਦੀ ਪਵਿੱਤਰਤਾ ਨੂੰ ਭਾਗ ਲਾਏ, ਇੱਥੇ ਵਿਸਰਾਮ ਕੀਤਾ। ਇਸ ਵਿਸਰਾਮ ਨੇ ਮਜਨੂ ਟਿੱਲੇ ਨੂੰ ਇਤਿਹਾਸਿਕ ਛੋਹ ਬਖਸ਼ੀ। ਉਹਨਾਂ ਨੇ ਇਸ ਸੁਭਾਗੇ ਅਸਥਾਨ ਉੱਤੇ ਸਰਬ ਸੰਗਤ ਨੂੰ ਸਤਨਾਮ ਦਾ ਜਾਪ ਜਪਾਇਆ। ਇੱਕ ਮੁਹਾਵਤ ਦੇ ਮਰੇ ਹੋਏ ਹਾਥੀ ਨੂੰ ਜਿਉਂਦਾ ਕਰਨ ਦੀ ਕਥਾ ਵੀ ਸੁਣੀ ਗਈ ਹੈ। ਇਸੇ ਪਵਿੱਤਰ ਅਸਥਾਨ ਉੱਤੇ ਹਜ਼ਰਤ ਨਿਜ਼ਾਮੁਦੀਨ ਔਲੀਆ ਧਾਰਮਿਕ ਵਿਚਾਰ ਵਟਾਉਂਦਰੇ ਲਈ ਗੁਰੂ ਸਾਹਿਬ ਕੋਲ ਤਸ਼ਰੀਫ ਲਿਆਏ ਸਨ। ਦਰਿਆਈ ਜਮਨਾ ਦੇ ਕੰਢੇ ਉੱਤੇ ਇਸ ਸਥਾਨ ਉੱਤੇ ਕਿਸੇ ਵੇਲੇ ਬੜਾ ਸੰਘਣਾ ਜੰਗਲ ਹੁੰਦਾ ਸੀ। ਰੋਮਾਂਸਵਾਦੀ ਜਹਾਂਗੀਰ ਬਾਦਸ਼ਾਹ ਕਦੇ-ਕਦੇ ਆ ਕੇ ਇਸ ਜੰਗਲ ਦੀ ਇਕਾਂਤ ਮਾਣਦੇ ਖੁਸ਼ ਹੁੰਦਾ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਚੋਂ ਮੁਕਤ ਹੋ ਕੇ ਦਿੱਲੀ ਤਸ਼ਰੀਫ ਲਿਆਏ ਤੇ ਉਹਨਾਂ ਨੇ ਵੀ ਗੁਰੂ ਨਾਨਕ ਵਿਖਸਾਏ ਅਸਥਾਨ ਉੱਤੇ ਵਿਸਰਾਮ ਕੀਤਾ। ਇੱਕ ਕਥਾ ਦੇ ਮੁਤਾਬਿਕ ਇੱਕ ਵਾਰੀ ਜਹਾਂਗੀਰ ਬਾਦਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਫਰੀ ਸ਼ਾਮਿਆਨੇ ਆਮੋ ਸਾਹਮਣੇ ਲੱਗੇ ਹੋਏ ਸਨ ਤਾਂ ਸਿੱਖੀ ਸਿਦਕ ਵਿੱਚ ਨਿਪੁੰਨ ਇੱਕ ਘਾਹ ਖੋਦਣ ਵਾਲੇ ਘਾਈ ਸਿੱਖ ਨੇ ਇੱਕ ਟਕਾ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਭੇਂਟ ਕਰਕੇ ਜਾ ਮੱਥਾ ਟੇਕਿਆ। ਜਦੋਂ ਉਸ ਸਿੱਖ ਨੇ ਪ੍ਰਸੰਨਚਿਤ ਨਾਮਦਾਨ ਦੀ ਮੰਗ ਕੀਤੀ ਤਾਂ ਜਹਾਂਗੀਰ ਬਾਦਸ਼ਾਹ ਨੇ ਆਖਿਆ ਕਿ ਸੱਚਾ ਪਾਤਸ਼ਾਹ ਨਾਮਦਾਨ ਦਾ ਮਾਲਿਕ ਉਹ ਸਾਹਮਣੇ ਸ਼ਾਮਿਆਨੇ ਵਿੱਚ ਸੁਸ਼ੋਭਿਤ ਹੈ। ਤਾਂ ਉਸ ਘਾਈ ਨੇ ਜਹਾਂਗੀਰ ਬਾਦਸ਼ਾਹ ਤੋਂ ਟਕਾ ਵਾਪਸ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਜਾ ਮੱਥਾ ਟੇਕਿਆ। ਗੁਰੂ ਘਰ ਦੀ ਆਸ਼ੀਰਵਾਦ ਸਦਕੇ ਉਸ ਮਿਹਨਤਕਸ਼ ਘਾਈ ਦੀ ਕਾਲ ਪਰਮਾਤਮਾ ਦੀ ਦਰਗਾਹ ਵਿੱਚ ਸਨਮਾਨੀ ਗਈ। ਸੰਗਮਰਮਰ ਦੇ ਕੀਮਤੀ ਪੱਥਰਾਂ ਨਾਲ ਉਸਰਿਆ ਇਹ ਗੁਰਦੁਆਰਾ ਸਿਵਲ ਲਾਈਨਸ ਦਿੱਲੀ ਦੇ ਇਲਾਕੇ ਵਿੱਚ ਸਥਿਤ ਹੈ। ਇੱਕ ਖੂਹ ਜੋ ਬਾਬਾ ਰਾਮ ਰਾਏ ਜੀ ਦੇ ਨਾਂ ਨਾਲ ਸੰਬੰਧਿਤ ਹੈ, ਗੁਰਦੁਆਰੇ ਦੇ ਇਹਾਤੇ ਵਿੱਚ ਉਸੇ ਤਰ੍ਹਾਂ ਕਾਇਮ ਦਾਇਮ ਨਜ਼ਰ ਆ ਰਿਹਾ ਹੈ। ਵਿਸਾਖੀ ਦਾ ਗੁਰਪੁਰਬ ਹਰ ਸਾਲ ਇਸ ਥਾਂ ਉੱਤੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।